हाँ जी डियर स्टूडेंट्स, ਆਪਾਂ अपना ਅੱਜ ਦਾ ਨੈਕਸਟ ਚੈप्टर ਲੀਨੀਅਰਲੀ ਇੰਡੀਪੈਂਡੈਂਸ ਐਂਡ ਡਿਪੈਂਡੈਂਸ ਆਫ ਵੈਕਟਰਸ ਨੂੰ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਡੈਫੀਨੇਸ਼ਨ ਹੈਗੀ ਹੈ n ਵੈਕਟਰਸ ਦੀ। n ਵੈਕਟਰਸ ਕੀ ਹੁੰਦੇ ਆ ਤੁਹਾਡੇ ਕੋਲੇ? ਇਟ ਇਜ਼ ਅ ਟਪਲ ਜਿਹਨੂੰ ਆਪਾਂ ਬੋਲ ਦਿੰਦੇ ਹਾਂ। ਜਿਵੇਂ ਫੋਰ ਐਗਜ਼ਾਮਪਲ x1 x2 xn ਤੱਕ ਤੁਹਾਡੇ ਕੋਲੇ ਆ ਜਾਂਦੇ ਨੇ n ਵੈਕਟਰਸ। ਜਿਵੇਂ ਤੁਹਾਡੇ ਕੋਲੇ ਤੁਹਾਨੂੰ ਯਾਦ ਹੋਵੇ, ਜਿਵੇਂ ਆਪਾਂ 2 ਡਾਇਮੈਂਸ਼ਨਲ ਦੇ ਵਿੱਚ ਲੈਂਦੇ ਹਾਂ ਕਿ 2 ਕੋਆਰਡੀਨੇਟਸ ਲੈ ਲੈਂਦੇ ਹਾਂ x ਤੇ y, ਤਾਂ ਉਹਨੂੰ ਆਪਾਂ 2 ਟਪਲਸ ਬੋਲ ਦਿੰਦੇ ਹਾਂ। ਫਿਰ ਆਪਾਂ 3 ਡਾਇਮੈਂਸ਼ਨਲ ਦੇ ਵਿੱਚ x y ਤੇ z ਲੈ ਲੈਂਦੇ ਹਾਂ, ਹੈ ਨਾ, ਉਹ 3 ਟਪਲਸ ਹੋ ਜਾਂਦੇ ਨੇ। ਸੇਮ ਉਸੇ ਨਾਲ ਜਦੋਂ ਆਪਾਂ n ਟਪਲਸ ਲੈ ਲੈਂਦੇ ਹਾਂ ਤਾਂ ਆਪਣੇ ਕੋਲੇ ਬਣ ਜਾਂਦਾ n ਵੈਕਟਰ। ਫਿਰ ਉਸ ਤੋਂ ਬਾਅਦ ਆ ਜਾਂਦਾ ਲੀਨੀਅਰਲੀ ਡਿਪੈਂਡੈਂਟ ਸੈੱਟ ਆਫ ਵੈਕਟਰਸ। ਕੀ ਹੁੰਦੇ ਨੇ ਕਿ ਕਿਸੇ ਵੀ ਸੈੱਟ ਆਫ ਵੈਕਟਰਸ ਨੂੰ ਆਪਾਂ ਲੀਨੀਅਰਲੀ ਡਿਪੈਂਡੈਂਟ ਕਦੋਂ ਕਹਿੰਦੇ ਹਾਂ? ਮੰਨ ਲਓ ਤੁਹਾਡੇ ਕੋਲ ਇੱਕ ਸੈੱਟ ਹੈ ਦਿੱਤਾ ਹੋਇਆ, ਇਹ ਸੈੱਟ v1 v2 vt ਆਫ ਵੈਕਟਰਸ ਇਜ਼ ਸੈੱਡ ਟੂ ਬੀ ਲੀਨੀਅਰਲੀ ਡਿਪੈਂਡੈਂਟ ਸੈੱਟ ਇਫ देयर exist scalars p1 p2 pt not all 0 such that p1 v1 plus p2 v2 plus pt vt equals to 0 where 0 is the n vector with all components 0। ਮੀਨਸ ਕੀ ਹੈ ਕਿ ਤੁਸੀਂ ਇਹਨਾਂ ਵੈਕਟਰਸ ਦਾ ਇੱਕ ਕੰਬੀਨੇਸ਼ਨ 0 ਦੇ ਇਕੁਅਲ ਰੱਖ ਸਕਦੇ ਹੋ। ਤਾਂ ਉਹਦੇ 'ਚੋਂ ਤੁਸੀਂ ਇਹ ਚੈੱਕ ਕਰਨਾ ਹੁੰਦਾ ਹੈ ਕਿ ਜਿਹੜੇ ਤੁਸੀਂ ਇਹਦੇ ਵਿੱਚੋਂ ਸਕੇਲਰਸ ਕੰਸੀਡਰ ਕੀਤੇ ਨੇ p1 p2 pt, ਉਹ ਸਾਰੇ 0 ਹੈਗੇ ਆ ਜਾਂ ਨਹੀਂ ਹੈਗੇ। ਅਗਰ ਉਹ ਸਾਰੇ 0 ਨਹੀਂ ਹੈਗੇ ਤਾਂ ਤੁਹਾਡੇ ਕੋਲ ਸੈੱਟ ਹੋ ਜਾਊਗਾ ਲੀਨੀਅਰਲੀ ਡਿਪੈਂਡੈਂਸੀ ਦਾ। ਅਗਰ ਤੁਹਾਡੇ ਕੋਲ ਉਹ ਸਾਰੇ ਸਕੇਲਰਸ ਦੀ ਵੈਲਿਊ 0 ਆ ਜਾਂਦੀ ਹੈ ਤਾਂ ਸੈੱਟ ਬਣ ਜਾਊਗਾ ਲੀਨੀਅਰਲੀ ਇੰਡੀਪੈਂਡੈਂਟ ਸੈੱਟ ਆਫ ਵੈਕਟਰਸ। ਠੀਕ ਹੈ ਜੀ। ਤਾਂ ਇਹਦਾ ਵਰਕਿੰਗ ਰੂਲ ਕੀ ਹੈ, ਤੁਸੀਂ ਕਿਵੇਂ ਫਾਈਂਡ ਕਰ ਸਕਦੇ ਹੋ ਕਿ ਕੋਈ ਵੀ ਸੈੱਟ ਜਿਹੜਾ ਹੈਗਾ ਉਹ ਲੀਨੀਅਰਲੀ ਇੰਡੀਪੈਂਡੈਂਟ ਹੈ ਕਿ ਡਿਪੈਂਡੈਂਟ ਹੈ? let v1 v2 vt be given n vectors। कंसीडर करना एक रिलेशन p1 v1 plus p2 v2 plus pt vt equal to 0। कहते if it implies p1 v2 सारे स्केलर्स की जो वैल्यू है अगर तो 0 आ जाती है then the given set of vector is linearly independent and अगर एक नॉन सारियां 0 नहीं आती तो set is linearly dependent। एक मैथड होर है, इसनूं तुसीं इनडिटरमिनेंट मैथड दे नाल भी सॉल्व कर सकते हो। कहते अगर तो तुहाडे कोले गिवन वैक्टर्स का जिहड़ा डिटरमिनेंट है तुहाडे कोल 0 नहीं आ रहा, नॉन जीरो डिटरमिनेंट आ रहा तो लीनियरली इंडिपेंडेंट। अगर डिटरमिनेंट की वैल्यू 0 आ रही है तो लीनियरली डिपेंडेंट सैट होगा। दोनों मैथड्स चो तुसीं कोई भी मैथड फॉलो कर सकते हो। इनू एक एग्जाम्पल के थ्रू भी मैं तुहानूं करवा देनी हाँ। जिवें तुहाडे कोल इह एक सैट दे रखा है वैक्टर राइट, इस वैक्टर नू 1 सेकेंड राजू, मैं तुहानूं एग्जाम्पल जिवें ये तुहाडे कोल एक एग्जाम्पल हैगी है इत्थे कि तुहाडे कोल 3 वैक्टर्स दे रखे ने, तुसीं चैक करना है कि इस वैक्टर्स लीनियरली डिपेंडेंट है या नहीं है। चैक करना तुसीं इहनूं ते तुसीं इन्हां दा एक कॉम्बीनेशन कंसीडर कर लिया k1 v1 plus k2 v2 plus k3 v3 equal to 0। कॉम्बीनेशन दे विच तुसीं v1 v2 v3 ਦੀਆਂ ਵੈਲਿਊਜ਼ ਸਬਸਟੀਟਿਊਟ ਕਰਤੀਆਂ, ਉਸ ਤੋਂ ਤੁਸੀਂ ਇਹ k1 ਨੂੰ ਮਲਟੀਪਲਾਈ ਕਰਕੇ ਇਕੁਏਸ਼ਨਸ ਬਣਾ ਲਿਆ। ਜਿਵੇਂ ਇੱਥੋਂ ਇਕੁਏਸ਼ਨ ਬਣ ਜਾਣੀ ਤੁਹਾਡੇ ਕੋਲੇ -k1 + 2k2 + 10k3 = 0। 3 ਇਕੁਏਸ਼ਨਸ ਬਣ ਗਿਆ k1 k2 k3 ਦੇ ਵਿੱਚ। ਇਹਨਾਂ ਇਕੁਏਸ਼ਨਸ ਨੂੰ ਸੌਰਟ ਆਊਟ ਕਰਕੇ ਤੁਸੀਂ k1 k2 k3 ਦੀਆਂ ਵੈਲਿਊ ਫਾਈਂਡ ਆਊਟ ਕੀਤੀਆਂ। ਇਹਨਾਂ ਤਿੰਨੋਂ ਵੈਲਿਊਜ਼ 'ਚੋਂ ਤੁਸੀਂ ਦੇਖਿਆ ਕਿ ਤਿੰਨੋਂ ਹੀ 0 ਆ ਰਹੀਆਂ ਨੇ, ਤਾਂ ਦੈਟ ਮੀਨਸ ਇਹ ਸੈੱਟ ਕੀ ਹੋ ਗਿਆ? ਲੀਨੀਅਰਲੀ ਇੰਡੀਪੈਂਡੈਂਟ ਸੈੱਟ ਆਫ ਵੈਕਟਰਸ। ਇਹ ਤਾਂ ਸੀਗਾ ਮੈਥਡ 1 ਚੈੱਕ ਕਰਨ ਦਾ। ਠੀਕ ਹੈ, ਇਸੇ ਮੈਥਡ ਨੂੰ ਤੁਸੀਂ ਡਿਟਰਮੀਨੈਂਟ ਨਾਲ ਵੀ ਕਰ ਸਕਦੇ ਸੀਗੇ। ਤੁਸੀਂ ਇਹਨਾਂ ਤਿੰਨੋਂ ਵੈਕਟਰਸ ਨੂੰ ਰੋ ਵਾਈਜ਼ ਇੱਕ ਵੈਕਟਰ ਨੂੰ ਇੱਕ ਰੋ ਬਣਾ ਕੇ ਤੁਸੀਂ ਇਹਨਾਂ ਦਾ ਇੱਕ ਡਿਟਰਮੀਨੈਂਟ ਫਾਈਂਡ ਕਰ ਸਕਦੇ ਹੋ। ਤੁਸੀਂ ਦੇਖੋਗੇ ਕਿ ਜਿਹੜਾ ਇਹਦਾ ਡਿਟਰਮੀਨੈਂਟ ਹੈ ਉਹ ਨॉन ਜ਼ੀਰੋ ਆ ਜਾਊਗਾ, ਤਾਂ ਸੈੱਟ ਕੀ ਬਣ ਜਾਊਗਾ? ਲੀਨੀਅਰਲੀ ਇੰਡੀਪੈਂਡੈਂਟ ਸੈੱਟ ਆਫ ਵੈਕਟਰਸ। ਠੀਕ ਹੈ ਜੀ। ਤੇ ਨੈਕਸਟ ਆ ਜਾਂਦਾ ਤੁਹਾਡੇ ਕੋਲੇ ਲੀਨੀਅਰ ਕੰਬੀਨੇਸ਼ਨ। ਕੀ ਹੁੰਦਾ ਵੈਕਟਰਸ ਦਾ? ਜਦੋਂ ਤੁਸੀਂ ਕੁਝ ਵੈਕਟਰਸ ਇੱਕ ਨੂੰ ਆਪਸ ਦੇ ਵਿੱਚ ਕਿਸੇ ਸਕੇਲਰ ਦੇ ਨਾਲ ਮਲਟੀਪਲਾਈ ਕਰਕੇ ਐਡ ਕਰ ਦਿੰਦੇ ਹੋ ਤਾਂ ਇੱਕ ਨਵਾਂ ਵੈਕਟਰ ਬਣ ਜਾਂਦਾ ਹੈ। ਤਾਂ ਜਿਹੜਾ ਨਵਾਂ ਵੈਕਟਰ ਬਣਦਾ ਉਹ ਕੰਬੀਨੇਸ਼ਨ ਹੁੰਦਾ v1 v2 vt ਦਾ। ਜਿਵੇਂ ਤੁਹਾਡੇ ਕੋਲ ਇੱਥੇ ਇੱਕ ਐਗਜ਼ਾਮਪਲ ਲੈ ਰੱਖੀ ਹੈ, ਇਹ ਸੈੱਟ v ਇਜ਼ ਏ ਸੈੱਟ ਟੂ ਬੀ ਅ ਲੀਨੀਅਰ ਕੰਬੀਨੇਸ਼ਨ ਆਫ ਦ ਵੈਕਟਰਸ v1 v2 vt ਇਫ v = p1 v1 plus p2 v2 plus pt vt where p1 p2 pt are the scalars। नेक्स्ट 4th आर्टिकल हैगा तुहाडे कोल, इफ ए सैट ऑफ वैक्टर्स इज लीनियरली डिपेंडेंट शो दैट एटलीस्ट वन मैंबर ऑफ द सैट इज ए लीनियरली कॉम्बीनेशन ऑफ द रिमेनिंग मैंबर्स। कि अगर तुहाडे कोले कोई सैट ऑफ वैक्टर्स लीनियरली डिपेंडेंट गिवन है तो तुसीं शो करना है कि उन्हां दे विच्चों घट्टो घट्ट एक मैंबर ऐसा है कि जिहड़ा आपां ने बाकियां दे लीनियर कॉम्बीनेशन दे विच लिख सकदे हां।
ਤਾਂ ਇਹਦੇ ਉੱਪਰ ਆਪਾਂ ਪਹਿਲਾਂ ਤਾਂ ਲੀਨੀਅਰਲੀ ਡਿਪੈਂਡੈਂਸੀ ਦੀ ਕੰਡੀਸ਼ਨ ਅਪਲਾਈ ਕਰਨ ਲੱਗੇ ਹਾਂ ਕਿ ਅਗਰ ਤੁਹਾਡੇ ਕੋਲੇ V1 V2 VT ਲੀਨੀਅਰਲੀ ਡਿਪੈਂਡੈਂਟ ਸੈੱਟ ਹੈ ਤਾਂ ਜਿਹੜਾ ਰਿਲੇਸ਼ਨ ਉਹਨਾਂ ਤੋਂ ਬਣਦਾ ਆਪਾਂ ਕੰਬੀਨੇਸ਼ਨ ਇਕੁਅਲ ਟੂ 0 ਰੱਖਦੇ ਹਾਂ। ਤਾਂ ਇਹਦਾ ਮਤਲਬ ਹੈ ਕਿ ਇਹਨਾਂ P1 P2 PT ਦੇ ਵਿੱਚੋਂ ਇੱਕ ਨਾ ਇੱਕ ਸਕੇਲਰ ਐਸਾ ਹੋਊਗਾ ਜਿਹੜਾ ਕਿ ਨॉन ਜ਼ੀਰੋ ਹੋਊਗਾ। ਸਪੋਜ਼ ਕਰ ਲੈਂਦੇ ਹਾਂ ਕਿ ਉਹ ਨॉन ਜ਼ੀਰੋ ਸਕੇਲਰ ਕਿਹੜਾ ਹੈ ਆਪਣੇ ਕੋਲ PT। ਅਗਰ PT ਨॉन ਜ਼ੀਰੋ ਸਕੇਲਰ ਹੈ ਤਾਂ ਤੁਸੀਂ PT ਦੇ ਨਾਲ ਇਹਨਾਂ ਨੇ ਅਸਿਊਮ ਕਰ ਰੱਖਿਆ P1 ਵੀ ਨॉन ਜ਼ੀਰੋ। ਅਗਰ P1 ਨॉन ਜ਼ੀਰੋ ਹੈ ਤਾਂ ਤੁਸੀਂ P1 ਦੇ ਨਾਲ ਡਿਵਾਈਡ ਕਰ ਸਕਦੇ ਹੋ। ਤਾਂ ਤੁਸੀਂ ਕੀ ਕੀਤਾ, ਇਸ ਲੀਨੀਅਰ ਕੰਬੀਨੇਸ਼ਨ ਦੇ ਵਿੱਚੋਂ P1 ਦੀ ਟਰਮ ਨੂੰ ਇੱਕ ਸਾਈਡ ਰੱਖ ਕੇ ਬਾਕੀ ਸਾਰੀਆਂ ਟਰਮਸ ਨੂੰ ਦੂਸਰੇ ਸਾਈਡ ਲੈ ਗਏ, ਨੈਗੇਟਿਵ ਦੇ ਵਿੱਚ ਹੋ ਜਾਣਗੀਆਂ। ਫਿਰ ਉਸ ਤੋਂ ਬਾਅਦ ਜਿਹੜਾ P1 ਸੀਗਾ ਉਹ ਅਗਰ ਨॉन ਜ਼ੀਰੋ ਸੀ ਤਾਂ ਉਹਦੇ ਨਾਲ ਆਪਾਂ ਬਾਕੀ ਕੋਫੀਸ਼ੀਐਂਟਸ ਨੂੰ ਡਿਵਾਈਡ ਵੀ ਕਰ ਸਕਦੇ ਹਾਂ। ਤਾਂ ਇਹਦਾ ਮਤਲਬ ਕੀ ਹੋਇਆ ਕਿ ਜਿਹੜਾ V1 ਹੈ ਉਹ P2 V2 V3 VT ਦੇ ਲੀਨੀਅਰ ਕੰਬੀਨੇਸ਼ਨ ਦੇ ਵਿੱਚ ਲਿਖਿਆ ਗਿਆ, ਕਿਉਂਕਿ ਜਿਹੜੀਆਂ ਆ ਕੁਆਂਟੀਟੀ ਸੀਗੀਆਂ ਇਹ ਤਾਂ ਸਕੇਲਰ ਹੀ ਨੇ ਨਾ। ਤਾਂ ਪ੍ਰੂਫ ਹੋ ਗਿਆ ਕਿ ਅਗਰ ਕੋਈ ਸੈੱਟ ਲੀਨੀਅਰਲੀ ਡਿਪੈਂਡੈਂਟ ਹੈ ਤਾਂ ਉਹਦੇ ਵਿੱਚੋਂ ਇੱਕ ਮੈਂਬਰ ਐਸਾ ਹੋਊਗਾ ਜਿਹਨੂੰ ਆਪਾਂ ਬਾਕੀਆਂ ਦੇ ਲੀਨੀਅਰ ਕੰਬੀਨੇਸ਼ਨ ਦੇ ਵਿੱਚ ਲਿਖ ਸਕਦੇ ਹਾਂ। ਫਿਰ ਨੈਕਸਟ ਆਰਟੀਕਲ ਦੇ ਵਿੱਚ ਆ ਜਾਂਦਾ ਹੈ ਕਿ ਹੁਣ ਜਿਵੇਂ ਆਪਾਂ ਨੇ ਇਹਦੇ ਵਿੱਚ ਕੀਤਾ ਸੀ ਕਿ ਅਗਰ ਕਿਸੇ ਵੈਕਟਰ ਨੂੰ ਆਪਾਂ ਇਹਨਾਂ ਦੇ ਜਿਵੇਂ ਈਟਾ ਆਪਾਂ ਨੇ ਇੱਥੇ ਵੈਕਟਰ ਲਿਖਤਾ, ਉਹਨੂੰ ਆਪਾਂ ਨੇ V1 V2 VR ਦੇ ਲੀਨੀਅਰ ਕੰਬੀਨੇਸ਼ਨ ਦੇ ਵਿੱਚ ਲਿਖਤਾ ਹੈ ਨਾ। ਤਾਂ ਜਦੋਂ ਆਪਾਂ ਇਸ ਈਟਾ ਨੂੰ ਇਹ ਨਵੀਂ ਇਸ ਸੈੱਟ ਦੇ ਵਿੱਚ ਐਡ ਕਰਕੇ ਇੱਕ ਨਵਾਂ ਸੈੱਟ ਬਣਾ ਲਾਂਗੇ ਤਾਂ ਉਹ ਸੈੱਟ ਕਿਹੜਾ ਬਣੂਗਾ, ਲੀਨੀਅਰਲੀ ਡਿਪੈਂਡੈਂਟ ਸੈੱਟ। ਓਬਵੀਅਸਲੀ ਹੈ ਕਿਉਂਕਿ ਹੁਣ ਇਹਦੇ ਵਿੱਚ ਜਦੋਂ ਈਟਾ ਨੂੰ ਆਪਾਂ ਨੇ ਇਹਦੇ ਵਿੱਚ ਐਡ ਕਰਤਾ ਤਾਂ ਈਟਾ ਤਾਂ ਇਹਨਾਂ ਦਾ ਕੰਬੀਨੇਸ਼ਨ ਹੀ ਸੀ ਨਾ, ਤਾਂ ਈਟਾ ਇਹਨਾਂ ਸਾਰਿਆਂ ਦੇ ਉੱਪਰ ਡਿਪੈਂਡ ਕਰ ਗਿਆ। ਤਾਂ ਇੱਥੋਂ ਕੀ ਸ਼ੋ ਹੋ ਜਾਊਗਾ, ਅਗਰ ਈਟਾ ਇਹਨਾਂ ਸਾਰਿਆਂ ਦਾ ਲੀਨੀਅਰ ਕੰਬੀਨੇਸ਼ਨ ਹੈ ਤਾਂ ਇਹਨਾਂ ਸਾਰੇ ਕੰਬੀਨੇਸ਼ਨਸ ਨੂੰ ਮਾਈਨਸ ਕਰਕੇ ਆਪਾਂ ਉੱਧਰ ਲੈ ਜਾਵਾਂਗੇ ਤਾਂ ਇੱਕ ਸਕੇਲਰ ਐਸਾ ਮਿਲ ਜਾਊਗਾ 1 ਜਿਹੜਾ ਕਿ ਨॉन ਜ਼ੀਰੋ ਹੋਊਗਾ। ਇਹਦਾ ਮਤਲਬ ਸੈੱਟ ਕੀ ਹੈ, ਲੀਨੀਅਰਲੀ ਡਿਪੈਂਡੈਂਟ ਸੈੱਟ। ਠੀਕ ਹੈ ਜੀ। ਨੈਕਸਟ ਆਰਟੀਕਲ 6th ਦੇ ਵਿੱਚ ਕੀ ਹੈ, ਪ੍ਰੂਫ ਦੈਟ ਐਵਰੀ ਸਬਸੈਟ ਆਫ ਅ ਲੀਨੀਅਰਲੀ ਡਿਪੈਂਡੈਂਟ ਸੈੱਟ ਇਜ਼ ਲੀਨੀਅਰਲੀ ਡਿਪੈਂਡੈਂਟ ਸੈੱਟ। ਹੁਣ ਤੁਸੀਂ ਕਹਿੰਦੇ ਕਿ ਅਗਰ ਕੋਈ ਲੀਨੀਅਰਲੀ ਸੈੱਟ ਕੋਈ ਵੀ ਸੈੱਟ ਲੀਨੀਅਰਲੀ ਡਿਪੈਂਡੈਂਟ ਹੈ ਤੇ ਤੁਸੀਂ ਉਹਦਾ ਕੋਈ ਸੁਪਰ ਸੈੱਟ ਕੰਸੀਡਰ ਕਰਦੇ ਹੋ, ਮਤਲਬ ਉਸ ਤੋਂ ਕੋਈ ਬੜਾ ਸੈੱਟ ਲੈਂਦੇ ਹੋ ਤਾਂ ਉਹ ਵੀ ਲੀਨੀਅਰਲੀ ਡਿਪੈਂਡੈਂਟ ਹੋਊਗਾ। ਤਾਂ ਹੁਣ ਨਾ ਇਹਦੇ ਵਿੱਚੋਂ ਇੱਕ ਐਗਜ਼ਾਮਪਲ ਜ਼ਰੂਰ ਤੁਹਾਨੂੰ ਮੈਂ ਦੇ ਸਕਦੀ ਹਾਂ ਯਾਦ ਰੱਖਣ ਵਾਸਤੇ ਕਿ ਮੰਨ ਲਓ ਹੁਣ ਇੱਕ ਕਲਾਸ ਦੇ ਵਿੱਚ 10 ਬੱਚੇ ਨੇ ਹੈ ਨਾ ਆਪਣੇ ਕੋਲ। ਉਹਨਾਂ 10 ਬੱਚਿਆਂ ਦੇ ਵਿੱਚੋਂ ਇੱਕ ਬੱਚਾ ਐਸਾ ਹੈ ਜਿਹੜਾ ਬਾਕੀਆਂ ਦੀ ਨੋਟਬੁੱਕ ਦੇਖ ਕੇ ਕੰਮ ਕਰੀ ਜਾਂਦਾ। ਠੀਕ ਹੈ, ਤਾਂ ਹੁਣ ਮੰਨ ਲਓ ਹੁਣ ਇਹਦਾ ਮਤਲਬ ਕੀ ਹੋਇਆ ਕਿ ਉਹ ਬੱਚਾ ਬਾਕੀਆਂ 'ਤੇ ਡਿਪੈਂਡ ਕਰ ਗਿਆ। ਤਾਂ ਜਿਹੜਾ ਉਹ 10 ਬੱਚਿਆਂ ਦਾ ਸੈੱਟ ਬਣ ਗਿਆ ਉਹ ਲੀਨੀਅਰਲੀ ਡਿਪੈਂਡੈਂਟ ਸੈੱਟ ਹੋ ਗਿਆ। ਹੁਣ ਜੇ ਉਹ 10 ਬੱਚਿਆਂ ਦੇ ਵਿੱਚ ਆਪਾਂ 2 ਬੱਚੇ ਹੋਰ ਲਿਆ ਕੇ ਐਡ ਕਰ ਦਈਏ, ਮੰਨ ਲਓ ਨਵੀਂ ਐਡਮਿਸ਼ਨ ਹੋ ਗਈ ਕਲਾਸ ਦੇ ਵਿੱਚ, ਤਾਂ ਜਿਹੜੇ 2 ਬੱਚੇ ਐਡ ਹੋਏ ਨੇ ਉਹਨਾਂ 2 ਬੱਚਿਆਂ ਦੇ ਐਡ ਹੋਣ ਦੇ ਨਾਲ ਜਿਹੜਾ ਸੈੱਟ ਹੈ ਉਹ ਤਾਂ ਲੀਨੀਅਰਲੀ ਡਿਪੈਂਡੈਂਟ ਹੀ ਰਹੂਗਾ ਨਾ, ਕਿਉਂਕਿ ਜਿਹੜਾ ਉਹ ਬੱਚਾ ਸੀ ਜਿਹੜਾ ਬਾਕੀਆਂ ਦੀ ਨੋਟਬੁੱਕ ਦੇਖ ਕੇ ਕੰਮ ਕਰ ਰਿਹਾ ਸੀ ਉਹ ਤਾਂ ਆਲਰੇਡੀ ਵਿੱਚ ਹੀ, ਉਹਨੂੰ ਕਿਹੜਾ ਆਪਾਂ ਨੇ ਕੱਢਤਾ ਬਾਹਰ। ਤਾਂ ਇੱਥੋਂ ਆਪਾਂ ਯਾਦ ਰੱਖ ਸਕਦੇ ਹਾਂ ਕਿ ਜਿਹੜਾ ਲੀਨੀਅਰਲੀ ਡਿਪੈਂਡੈਂਟ ਸੈੱਟ ਦਾ ਸੁਪਰ ਸੈੱਟ ਹੁੰਦਾ ਉਹ ਲੀਨੀਅਰਲੀ ਡਿਪੈਂਡੈਂਟ ਹੁੰਦਾ। ਸੇਮ ਇਸੇ ਤਰੀਕੇ ਨਾਲ ਤੁਸੀਂ ਇਹ ਕਹਿ ਸਕਦੇ ਹੋ ਕਿ ਜੇ ਤੁਸੀਂ ਕੋਈ ਲੀਨੀਅਰਲੀ ਇੰਡੀਪੈਂਡੈਂਟ ਸੈੱਟ ਲੈਂਦੇ ਹੋ, ਇਹ ਇਸੇ ਐਗਜ਼ਾਮਪਲ ਦੇ ਥਰੂ ਜਿਵੇਂ ਤੁਹਾਨੂੰ ਕਹਾਂ ਕਿ ਜਿਵੇਂ ਮੰਨ ਲਓ ਹੁਣ 10 ਬੱਚੇ ਸੀ ਕਲਾਸ ਦੇ ਵਿੱਚ, ਉਹ ਸਾਰੇ ਆਪਣਾ ਕੰਮ ਆਪ ਕਰਦੇ ਆ, ਉਹ ਸਾਰੇ ਇੰਡੀਪੈਂਡੈਂਟ ਨੇ, ਕੋਈ ਕਿਸੇ ਤੇ ਡਿਪੈਂਡ ਨਹੀਂ ਹੈਗਾ। ਜੇ ਤੁਸੀਂ ਉਹਦੇ ਵਿੱਚੋਂ 4 ਬੱਚੇ ਕੱਢ ਵੀ ਦਿਓਗੇ ਤਾਂ ਵੀ ਕਿਸੇ ਦੂਸਰੇ ਨੂੰ ਤਾਂ ਫਰਕ ਨਹੀਂ ਪਊਗਾ ਨਾ, ਉਹ ਤਾਂ ਫਿਰ ਵੀ ਇੰਡੀਪੈਂਡੈਂਟ ਹੀ ਰਹਿਣਗੇ। ਤਾਂ ਇੱਥੋਂ ਰਿਜ਼ਲਟ ਨਿਕਲਦਾ ਹੈ ਕਿ ਜਿਹੜਾ ਸਬਸੈਟ ਹੈ ਲੀਨੀਅਰਲੀ ਇੰਡੀਪੈਂਡੈਂਟ ਦਾ ਉਹ ਇੰਡੀਪੈਂਡੈਂਟ ਹੁੰਦਾ ਹੈ, ਤੇ ਜਿਹੜਾ ਸੁਪਰ ਸੈੱਟ ਹੁੰਦਾ ਲੀਨੀਅਰਲੀ ਡਿਪੈਂਡੈਂਟ ਦਾ ਉਹ ਲੀਨੀਅਰਲੀ ਡਿਪੈਂਡੈਂਟ ਹੁੰਦਾ। ਠੀਕ ਹੈ। ਅੱਛਾ, ਲੀਨੀਅਰਲੀ ਡਿਪੈਂਡੈਂਟ ਦੇ ਸਬਸੈਟ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ, ਕਿਉਂਕਿ ਜੇ ਆਪਾਂ ਮੰਨ ਲਓ ਕੋਈ 10 ਬੱਚਿਆਂ ਦੇ ਵਿੱਚੋਂ 2 ਬੱਚੇ ਘਟਾ ਵੀ ਰਹੇ ਆ ਤਾਂ ਆਪਾਂ ਨੂੰ ਕੀ ਪਤਾ ਕਿ ਉਹ ਬੱਚਾ ਸੀ ਜਿਹੜਾ ਦੂਸਰਿਆਂ ਦੀ ਨੋਟਬੁੱਕ ਲੈ ਕੇ ਕਰਦਾ ਸੀ ਕਿ ਨਹੀਂ ਕਰਦਾ ਸੀ। ਸੇਮ ਉਸੇ ਤਰੀਕੇ ਨਾਲ ਜਦੋਂ ਆਪਾਂ ਸੁਪਰ ਸੈੱਟ ਲੈਂਦੇ ਹਾਂ ਕਿਸੇ ਵੀ ਇੰਡੀਪੈਂਡੈਂਟ ਸੈੱਟ ਦਾ, ਤਾਂ ਆਪਾਂ ਨੂੰ ਕੀ ਪਤਾ ਜੋ ਬੱਚੇ ਆਪਾਂ ਐਡ ਕਰ ਰਹੇ ਹਾਂ ਉਹ ਆਪਣੇ ਆਪ ਕੰਮ ਕਰਨਗੇ ਕਿ ਦੂਜਿਆਂ ਦੇ ਉੱਪਰ ਡਿਪੈਂਡ ਰਹਿਣਗੇ। ਠੀਕ ਹੈ ਨਾ। ਤਾਂ ਇਹ ਰੱਜੇ ਕੁਝ ਬੇਸਿਕ ਜਿਹੀਆਂ ਡੈਫੀਨੇਸ਼ਨਸ ਸੀਗੀਆਂ ਲੀਨੀਅਰਲੀ ਡਿਪੈਂਡੈਂਸ ਤੇ ਇੰਡੀਪੈਂਡੈਂਸ ਦੀਆਂ। ਠੀਕ ਹੈ, ਇਹਨੂੰ ਅੱਛੇ ਤਰੀਕੇ ਨਾਲ ਬੇਸ ਬਣਾ ਕੇ ਆਪਣਾ ਚੱਲਦੇ ਰਹੋ, ਬਹੁਤ ਅੱਛੇ ਤਰੀਕੇ ਨਾਲ ਕਰਨੀਆਂ ਨੇ। ਇਹਦੇ ਨਾਲ ਰਿਲੇਟਿਡ ਕੁਝ ਐਗਜ਼ਾਮਪਲਸ ਵੀ ਤੁਹਾਡੀ ਬੁੱਕ ਦੇ ਵਿੱਚ ਦਿੱਤੀਆਂ ਹੋਈਆਂ ਨੇ, ਉਹਨਾਂ ਐਗਜ਼ਾਮਪਲਸ ਨੂੰ ਵੀ ਤੁਸੀਂ ਕਰਦੇ ਜਾਣਾ ਨਾਲ। ਠੀਕ ਹੈ, ਕੋਈ ਡਾਊਟ ਹੁੰਦਾ ਨਾਲ ਦੀ ਨਾਲ ਪੁੱਛ ਲਿਓ। ਓਕੇ।